ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਮਕਾਨ ਮਾਲਕ ਕਦੋਂ ਤੋਂ ਵਧਾ ਸਕਣਗੇ ਕਿਰਾਏ, ਸਰਕਾਰ ਨੇ ਦਿੱਤੀ ਜਾਣਕਾਰੀ। ਖਬਰਾਂ ਦੇ ਵਿੱਚ ਵਿਸਥਾਰ ਦੇ ਨਾਲ ਦੱਸਾਂਗੇ। ਵੈਨਕੂਵਰ ਵਿੱਚ ਮੈਕਡੋਨਲਡ ਦੇ ਬਾਹਰ ਜਾਨਲੇਵਾ ਹਾਦਸਾ ਵਾਪਰਿਆ। ਕੈਨੇਡਾ ਦੇ 2 ਸੂਬਿਆਂ ਵੱਲੋਂ PR ਦੀ ਪ੍ਰਕਿਰਿਆ ਦੇ ਵਾਸਤੇ ਜੋ ਇਨਵੀਟੇਸ਼ਨ ਤਾਜ਼ਾ ਭੇਜੇ ਗਏ ਨੇ, ਉਸ ਦੇ ਬਾਰੇ ਦੇਵਾਂਗੇ ਜਾਣਕਾਰੀ। ਵਿਨੀਪੈਗ ਦੇ ਵਸਨੀਕਾਂ ਦੇ ਲਈ ਵੀ ਸਿਟੀ ਦੇ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਦੇ ਬਾਰੇ ਦੱਸਾਂਗੇ। ਡੈਲਟਾ ਪੁਲਿਸ ਤੋਂ ਬਾਅਦ ਹੁਣ ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ। ਠੱਗੀ ਦੇ ਕਈ ਮਾਮਲੇ। ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ, ਜਿਸ ਦੇ ਵਿੱਚ ਸਪਾਊਸਲ ਓਪਨ ਵਰਕ ਪਰਮਿਟ ਦੇ ਵਾਸਤੇ ਵੀ ਜੋ ਸਵਾਲ ਪੁੱਛੇ ਜਾ ਰਹੇ ਨੇ, ਉਸ ਦੇ ਬਾਰੇ ਵੀ ਜ਼ਿਕਰ ਕਰਾਂਗੇ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੀ ਸ਼ੁਰੂਆਤ ਦੇ ਦੌਰਾਨ ਹੀ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਕਿਰਾਏ ਉਹਨਾਂ ਨੇ ਫ੍ਰੀਜ਼ ਕਰ ਦਿੱਤੇ ਸਨ, ਜਿਸ ਤੋਂ ਬਾਅਦ ਦੂਜੀ ਵਾਰ ਕਿਰਾਏ ਫ੍ਰੀਜ਼ ਕੀਤੇ ਜਾਣ ਦੀ ਤਰੀਕ ਨੂੰ ਵਧਾਇਆ ਵੀ ਗਿਆ ਸੀ। 31 ਦਸੰਬਰ ਤੱਕ ਕਿਰਾਇਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਕਿ ਵਧਾਏ ਨਹੀਂ ਸੀ ਜਾ ਸਕਦੇ। ਪਰ ਹੁਣ ਇਸ ਦੇ ਉੱਤੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਇਸ ਦੇ ਬਾਰੇ ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੀ ਮਹਾਮਾਰੀ ਜਦੋਂ ਸ਼ੁਰੂ ਹੋਈ, ਉਸ ਦੌਰਾਨ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚ ਇੱਕ ਇਹ ਐਲਾਨ ਵੀ ਸ਼ਾਮਲ ਸੀ ਕਿ ਜਿੰਨੇ ਵੀ ਕਿਰਾਏ ਨੇ ਉਹ ਫ੍ਰੀਜ਼ ਕਰ ਦਿੱਤੇ ਗਏ ਸੀ। ਕਿ ਉਸ ਤੋਂ ਬਾਅਦ ਇਸੇ ਤਰੀਕ ਨੂੰ ਵੀ ਵਧਾ ਦਿੱਤਾ ਗਿਆ। ਦਸੰਬਰ 31, 2021 ਤੱਕ ਕੋਈ ਵੀ ਮਕਾਨ ਮਾਲਕ ਕਿਰਾਏ ਨਹੀਂ ਵਧਾ ਸਕਦਾ। ਪਰ ਇਸ ਨੂੰ ਲੈ ਕੇ ਹੁਣ ਐਲਾਨ ਕਰ ਦਿੱਤਾ ਗਿਆ ਕਿ ਜਨਵਰੀ 1, 2022 ਤੋਂ ਇਹ ਲਾਗੂ ਹੋ ਜਾਵੇਗਾ ਕਿ ਕਿਰਾਏ ਵਧਾਏ ਜਾ ਸਕਣਗੇ, ਜਿਸ ਦੇ ਵਾਸਤੇ ਸੂਬਾ ਸਰਕਾਰ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਸਾਲ 2022 ਦੀ ਸ਼ੁਰੂਆਤ ਦੇ ਵਿੱਚ ਜਿਵੇਂ ਕਿ ਘਰਾਂ ਦੇ ਮਾਲਕ ਨੇ ਜੋ ਉਹ ਕਿਰਾਏ ਵਧਾ ਸਕਦੇ ਨੇ, ਪਰ ਜੋ ਕਿਰਾਏ ਵਧਾਏ ਜਾ ਸਕਦੇ ਨੇ ਉਸ ਦੀ 1.5% ਸੀਮਾ ਰੱਖੀ ਗਈ ਹੈ ਕਿ ਇਸ ਤੋਂ ਜ਼ਿਆਦਾ ਨਹੀਂ ਵਧਾਏ ਜਾ ਸਕਦੇ। ਯਾਨੀ ਕਿ ਕਿਰਾਏਦਾਰ ਹੁਣ ਇਸ ਦੇ ਵਾਸਤੇ ਤਿਆਰੀ ਕਰ ਲੈਣ ਕਿ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਕਿਰਾਏ ਵੱਧ ਸਕਦੇ ਨੇ, ਜਿਸ ਦੇ ਵਾਸਤੇ ਹੁਣ ਸਰਕਾਰ ਦੇ ਵੱਲੋਂ ਵੀ ਸਹਿਮਤੀ ਪ੍ਰਗਟਾ ਦਿੱਤੀ ਗਈ ਹੈ। ਇਹ ਐਲਾਨ ਘਰਾਂ ਤੇ ਨਾਲ ਹੀ ਜਿੰਨੇ ਵੀ ਵਪਾਰ ਦੇ ਵਾਸਤੇ ਇਮਾਰਤਾਂ ਨੇ, ਯਾਨੀ ਕਿ ਕਮਰਸ਼ੀਅਲ ਕਿਰਾਏ ਨੇ, ਉਹਨਾਂ ਦੇ ਉੱਤੇ ਵੀ ਲਾਗੂ ਹੁੰਦਾ ਹੈ। ਤਾਂ ਉਧਰ ਵੈਨਕੂਵਰ ਟੈਨੈਂਟ ਯੂਨੀਅਨ ਦਾ ਮੰਨਣਾ ਹੈ ਕਿ ਇਹ ਹਜੇ ਵੀ ਸਹੀ ਸਮਾਂ ਨਹੀਂ ਹੈ ਕਿ ਇਸ ਸਮੇਂ ਸਰਕਾਰ ਦੇ ਵੱਲੋਂ ਜੋ ਕਿਰਾਏ ਫ੍ਰੀਜ਼ ਕੀਤੇ ਹੋਏ ਸਨ, ਇਸ ਨੂੰ ਹਟਾ ਦਿੱਤਾ ਜਾਵੇ ਤੇ ਕਿਰਾਏ ਵਧਾਏ ਜਾ ਸਕਣ। ਅਗਲੀ ਖਬਰ ਹੈ ਕਿ ਵੈਨਕੂਵਰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉੱਥੇ ਮੈਕਡੋਨਲਡਸ ਦੇ ਡਰਾਈਵ ਥਰੂ ਦੇ ਉੱਤੇ ਅੱਜ ਇੱਕ ਜਾਨਲੇਵਾ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਵਿਅਕਤੀ ਡਰਾਈਵ ਥਰੂ ਆਪਣਾ ਭੋਜਨ ਫੜਨ ਤੋਂ ਬਾਅਦ ਪੈਸੇ ਦੇਣ ਲੱਗਿਆ ਸੀ ਤਾਂ ਉਸ ਮੌਕੇ ਉਸ ਦਾ ਬੈਂਕ ਕਾਰਡ ਹੇਠਾਂ ਡਿੱਗ ਗਿਆ। ਜਦੋਂ ਉਹ ਆਪਣੇ ਕਾਰਡ ਨੂੰ ਚੁੱਕਣ ਦੇ ਵਾਸਤੇ ਗੱਡੀ ਦੇ ਵਿੱਚੋਂ ਬਾਹਰ ਆਇਆ, ਪਰ ਉਹ ਪੂਰੀ ਤਰ੍ਹਾਂ ਗੱਡੀ ਦੇ ਵਿੱਚੋਂ ਨਹੀਂ ਨਿਕਲਿਆ ਸੀ ਤਾਂ ਉਸ ਦੌਰਾਨ ਗੱਡੀ ਤੁਰ ਪਈ ਤੇ ਇਸੇ ਮੌਕੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿਸੇ ਹੋਰ ਵਿਅਕਤੀ ਦਾ ਕੋਈ ਕਸੂਰ ਨਹੀਂ ਜਾਪ ਰਿਹਾ, ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਫਿਲਹਾਲ ਇਸ ਵਿਅਕਤੀ ਦੀ ਪਛਾਣ ਤਾਂ ਨਹੀਂ ਜਨਤਕ ਕੀਤੀ ਗਈ, ਪਰ ਉਹਨਾਂ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅੱਗੇ ਜਾਣਕਾਰੀ ਹੈ ਕਿ ਸਸਕੈਚਵਨ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਸੈਂਕੜਿਆਂ ਤੋਂ ਵੱਧ PNP ਤਹਿਤ ਇਨਵੀਟੇਸ਼ਨ ਭੇਜੇ ਗਏ ਨੇ। ਸਤੰਬਰ 8 ਨੂੰ ਹੀ ਇਹ ਤਾਜ਼ਾ ਡਰਾਅ ਨਿਕਲਿਆ ਹੈ। ਸਸਕੈਚਵਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ SINP ਦੇ ਤਹਿਤ 8 ਸਤੰਬਰ ਨੂੰ ਇੱਕ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 528 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ। 2 ਵੱਖੋ-ਵੱਖਰੇ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਜਿਨ੍ਹਾਂ ਦੇ ਅਧੀਨ ਇਸ ਡਰਾਅ ਨੂੰ ਕੱਢਿਆ ਗਿਆ, ਜਿਸ ਦੇ ਵਿੱਚ 316 ਦੇ ਕਰੀਬ ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਸਬ ਕੈਟੇਗਰੀ ਤੇ ਨਾਲ ਹੀ 212 ਦੇ ਕਰੀਬ ਇਨਵੀਟੇਸ਼ਨ ਆਕੂਪੇਸ਼ਨਸ ਇਨ ਡਿਮਾਂਡ ਸਬ ਕੈਟੇਗਰੀ ਦੇ ਵਾਸਤੇ ਇਹ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਘੱਟੋ-ਘੱਟ ਸਕੋਰ ਹੈ ਹਰ ਕੈਟੇਗਰੀ ਦੇ ਵਾਸਤੇ 66 ਤੱਕ ਗਿਆ, ਜਿਸ ਦੇ ਬਾਰੇ ਸਸਕੈਚਵਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਅੱਗੇ ਜਾਣਕਾਰੀ ਵਿਨੀਪੈਗ ਵਸਨੀਕਾਂ ਦੇ ਵਾਸਤੇ। ਸਿਟੀ ਆਫ ਵਿਨੀਪੈਗ ਨੇ ਉੱਥੋਂ ਦੇ ਵਸਨੀਕਾਂ ਤੋਂ ਇੱਕ ਵਾਰ ਫਿਰ ਤੋਂ ਵਿਚਾਰ ਤੇ ਨਾਲ ਹੀ ਮਸ਼ਵਰੇ ਮੰਗੇ ਨੇ। ਆਖਿਰ ਕਿਸ ਦੇ ਲਈ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ। ਸਿਟੀ ਆਫ ਵਿਨੀਪੈਗ ਦੇ ਵੱਲੋਂ ਉੱਥੋਂ ਦੇ ਵਸਨੀਕਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਕਿ ਉੱਥੋਂ ਦੀਆਂ ਸੜਕਾਂ ਨੂੰ ਸਾਰਿਆਂ ਦੀ ਵਰਤੋਂ ਦੇ ਵਾਸਤੇ ਹੋਰ ਜ਼ਿਆਦਾ ਸੁਰੱਖਿਅਤ ਕਿਵੇਂ ਬਣਾਇਆ ਜਾ ਸਕਦਾ ਹੈ। ਦਰਅਸਲ ਰੋਡ ਸੇਫਟੀ ਐਕਸ਼ਨ ਪਲਾਨ ਹੈ, ਜਿਸ ਦਾ ਇਹ ਤੀਜਾ ਤੇ ਆਖਰੀ ਪੜਾਅ, ਜਿਸ ਤਹਿਤ ਲੋਕਾਂ ਤੋਂ ਵਿਚਾਰ ਲਏ ਜਾ ਰਹੇ ਨੇ। ਇਸ ਪ੍ਰੋਜੈਕਟ ਨੂੰ ਜਨਵਰੀ 2020 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਟੀਚਾ ਇਹ ਹੈ ਕਿ ਵਿਨੀਪੈਗ ਦੀਆਂ ਸੜਕਾਂ ਦੇ ਉੱਤੇ ਹਾਦਸੇ ਘੱਟ ਵਾਪਰਨ, ਜਿਸ ਕਰਕੇ ਸੜਕਾਂ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਇਆ ਜਾਵੇ।
ਜਿਸ ਨੂੰ ਲੈ ਕੇ ਸਮੇਂ-ਸਮੇਂ ਦੇ ਉੱਤੇ ਲੋਕਾਂ ਤੋਂ ਵਿਚਾਰ ਵੀ ਲਏ ਗਏ ਤੇ ਇਸ ਦੇ ਉੱਤੇ ਕਦਮ ਵੀ ਚੁੱਕੇ ਗਏ ਤੇ ਇਸੇ ਨੂੰ ਲੈ ਕੇ ਅੱਗੇ ਹੋਰ ਕਦਮ ਚੁੱਕਣ ਦੇ ਵਾਸਤੇ ਵਿਚਾਰ ਮੰਗੇ ਜਾ ਰਹੇ ਨੇ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਨਾਲ ਹੀ ਸਿਟੀ ਆਫ ਵਿਨੀਪੈਗ ਨੇ ਦੱਸਿਆ ਕਿ ਜਿਨ੍ਹਾਂ ਨੇ ਤਾਂ ਆਨਲਾਈਨ ਇਸ ਦੇ ਵਿੱਚ ਹਿੱਸਾ ਲੈਣਾ ਹੈ ਤਾਂ ਆਨਲਾਈਨ ਵੀ ਇੱਕ ਸਰਵੇਖਣ ਹੈ ਜੋ ਕਿ ਸਤੰਬਰ ਦੇ ਅੰਤ ਤੱਕ ਚੱਲ ਰਿਹਾ ਹੈ, ਜਿਸ ਦੇ ਉੱਤੇ ਜਾ ਕੇ ਤੁਸੀਂ ਸਿਟੀ ਆਫ ਵਿਨੀਪੈਗ ਦੀ ਵੈਬਸਾਈਟ ਦੇ ਉੱਤੇ ਪੂਰੀ ਜਾਣਕਾਰੀ ਹੈ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਜੇਕਰ ਕਿਸੇ ਨੇ ਉਸ ਥਾਂ ਦੇ ਉੱਤੇ ਪਹੁੰਚਣਾ ਹੈ ਜਿੱਥੇ ਇਹ ਵਿਚਾਰ ਇਕੱਠੇ ਕੀਤੇ ਜਾ ਰਹੇ ਨੇ ਤਾਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸਤੰਬਰ 11 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ 720 ਹੈਂਡਰਸਨ ਹਾਈਵੇ ਦੇ ਉੱਤੇ ਜੋ ਫਾਰਮਰਸ ਮਾਰਕੀਟ ਹੈ ਉੱਥੇ ਪਹੁੰਚਿਆ ਜਾ ਸਕਦਾ ਹੈ। ਮੰਗਲਵਾਰ ਦੇ ਦਿਨ ਸਤੰਬਰ 14 ਨੂੰ ਸ਼ਾਮੀ 3 ਵਜੇ ਤੋਂ ਸ਼ਾਮੀ 5 ਵਜੇ ਤੱਕ 51 ਮੋਰੋ ਐਵੇਨਿਊ ਦੇ ਉੱਤੇ ਪਹੁੰਚਿਆ ਜਾ ਸਕਦਾ ਹੈ ਜੋ ਕਿ ਸੈਲਵੇਸ਼ਨ ਆਰਮੀ ਬਾਰਬਰਾ ਮਿਸ਼ੇਲ ਫੈਮਿਲੀ ਰਿਸੋਰਸ ਸੈਂਟਰ ਹੈ, ਉੱਥੇ ਵੀ ਵਿਚਾਰ ਲਏ ਜਾਣਗੇ। ਤੇ ਉਸ ਤੋਂ ਬਾਅਦ ਸਤੰਬਰ 16 ਦੇ ਦਿਨ ਵੀਰਵਾਰ ਨੂੰ ਸਵੇਰੇ 11:30 ਵਜੇ ਤੋਂ ਲੈ ਕੇ ਦੁਪਹਿਰ ਦੇ 1:30 ਵਜੇ ਤੱਕ 242 ਹਾਰਗ੍ਰੇਵ ਸਟਰੀਟ ਦੇ ਉੱਤੇ ਪਹੁੰਚਿਆ ਜਾ ਸਕਦਾ ਹੈ ਜੋ ਕਿ ਡਾਊਨਟਾਊਨ ਵਿਨੀਪੈਗ ਫਾਰਮਰਸ ਮਾਰਕੀਟ ਹੈ। ਤੇ ਇਸ ਦੇ ਨਾਲ ਹੀ ਆਖਰੀ ਹੈ ਕਿ ਸਤੰਬਰ 18 ਨੂੰ ਸ਼ਨੀਵਾਰ ਦੇ ਦਿਨ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ 400 ਐਡਮੰਟਨ ਸਟਰੀਟ ਦੇ ਉੱਤੇ ਵਿਨੀਪੈਗ ਸੈਂਟਰਲ ਗਲੋਬਲ ਮਾਰਕੀਟ ਇਨ ਸੈਂਟਰਲ ਪਾਰਕ ਹੈ ਜੋ ਉੱਥੇ ਪਹੁੰਚਿਆ ਜਾ ਸਕਦਾ ਹੈ। ਅੱਗੇ ਜਾਣਕਾਰੀ ਹੈ ਕਿ ਕ੍ਰਿਪਟੋ ਕਰੰਸੀ ਨੂੰ ਲੈ ਕੇ ਹੋਰ ਜ਼ਿਆਦਾ ਫਰਾਡ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਵਾਰ ਟੋਰਾਂਟੋ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਡੈਲਟਾ ਪੁਲਿਸ ਤੋਂ ਬਾਅਦ ਹੁਣ ਓਨਟਾਰੀਓ ਵਿੱਚ ਟੋਰਾਂਟੋ ਪੁਲਿਸ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਸਕੈਮ ਹੋਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਵੱਖੋ-ਵੱਖਰੇ ਤਰੀਕਿਆਂ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਠੱਗਿਆ ਜਾ ਰਿਹਾ ਹੈ। ਜਿਸ ਦੇ ਵਿੱਚ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਖਾਸ ਤੌਰ ਦੇ ਉੱਤੇ ਜਦੋਂ ਵਿਅਕਤੀਆਂ ਦੇ ਵੱਲੋਂ ਆਨਲਾਈਨ ਸਰਚ ਇੰਜਨਸ ਦੇ ਉੱਤੇ ਜਾ ਕੇ ਲੌਗਇਨ ਪੇਜ ਦੇ ਵਾਸਤੇ ਸਰਚ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਉਹਨਾਂ ਦੀ ਜਾਣਕਾਰੀ ਧੋਖਾਧੜੀ ਕਰਨ ਵਾਲਿਆਂ ਦੇ ਵੱਲੋਂ ਲਈ ਗਈ ਹੈ। ਉਸ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਉਸ ਥਾਂ ਦੇ ਉੱਤੇ ਵੱਖੋ-ਵੱਖਰੇ ਵਿਗਿਆਪਨ ਆਉਂਦੇ ਨੇ, ਉਹਨਾਂ ਦੇ ਉੱਤੇ ਜਦੋਂ ਕਲਿੱਕ ਕੀਤਾ ਜਾਂਦਾ ਹੈ ਤਾਂ ਉਸ ਮੌਕੇ ਵੀ ਅਜਿਹਾ ਹੋਇਆ ਕਿ ਵਿਅਕਤੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕ੍ਰਿਪਟੋ ਕਰੰਸੀ ਨੂੰ ਲੈ ਕੇ ਜੇਕਰ ਕਿਸੇ ਦੇ ਨਾਲ ਧੋਖਾਧੜੀ ਹੁੰਦੀ ਹੈ ਤਾਂ ਇਸ ਦੇ ਵਿੱਚ ਜਿਹੜੇ ਤੁਹਾਡੇ ਐਸੈਟ ਨੇ ਉਸ ਦੀ ਜੇਕਰ ਚੋਰੀ ਹੋਈ ਹੈ ਤਾਂ ਉਸ ਨੂੰ ਵਾਪਸ ਕਰਵਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਹੈ, ਜਿਸ ਕਰਕੇ ਪਹਿਲਾਂ ਤੋਂ ਹੀ ਸਾਵਧਾਨ ਰਿਹਾ ਜਾਵੇ ਆਪਣੀ ਜਾਣਕਾਰੀ ਨੂੰ ਲੈ ਕੇ। ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵੀ ਹੋਰ ਪੀੜਤ ਹੈ ਜਿਸ ਦੇ ਨਾਲ ਕੁਝ ਇਸ ਤਰ੍ਹਾਂ ਦਾ ਫਰਾਡ ਹੋਇਆ ਹੋਵੇ ਤਾਂ ਲੋਕਲ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਨਾਲ ਸੰਪਰਕ ਕਰਕੇ ਇਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਨਾਲ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਐਡਮੰਟਨ ਦੇ ਵਿੱਚ ਅੱਜ ਸਵੇਰੇ ਇੱਕ ਵਪਾਰ ਦੇ ਉੱਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਊਡਲ ਨੂਡਲ ਬਿਜ਼ਨਸ ਹੈ ਜਿੱਥੇ ਕਿ ਅੱਗ ਲੱਗੀ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਅੱਗ ਦੇ ਨਾਲ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਵਪਾਰ ਦਾ ਨੁਕਸਾਨ ਜ਼ਰੂਰ ਹੋਇਆ ਹੈ ਮਾਲੀ ਪੱਧਰ ਦੇ ਉੱਤੇ, ਜਿਸ ਦੇ ਬਾਰੇ ਜਾਣਕਾਰੀ ਫਾਇਰ ਫਾਈਟਰਸ ਨੇ ਜਦੋਂ ਦਿੱਤੀ ਤਾਂ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 8:49 ਦੇ ਕਰੀਬ ਦਾ ਸਮਾਂ ਸੀ ਜਦੋਂ 42 ਸਟਰੀਟ ਤੇ 137 ਐਵੇਨਿਊ ਦੇ ਉੱਤੇ ਉਹਨਾਂ ਨੂੰ ਬੁਲਾਇਆ ਗਿਆ, ਜਿੱਥੇ ਕਿ ਕਰੀਬ ਘੰਟੇ ਦੇ ਸਮੇਂ ਵਿੱਚ ਉਸ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ। ਪਰ ਉਸ ਇੱਕ ਥਾਂ ਦੇ ਕਰਕੇ ਆਲੇ ਦੁਆਲੇ ਦੇ ਵਪਾਰ ਵੀ ਪ੍ਰਭਾਵਿਤ ਹੋਏ ਨੇ। ਇਸ ਦੇ ਨਾਲ ਹੀ ਅਗਲੀ ਖਬਰ ਹੈ ਵਿਨੀਪੈਗ ਤੋਂ ਹੀ ਹੈ। ਵਿਨੀਪੈਗ ਦੇ ਵਿੱਚ ਸਾਲ 2020 ਦੇ ਅੰਦਰ ਅਗਸਤ ਮਹੀਨੇ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਗੋਲੀਆਂ ਚੱਲੀਆਂ ਸਨ। ਉਸ ਮਾਮਲੇ ਵਿੱਚ ਹੁਣ ਪੁਲਿਸ ਨੇ 2 ਗ੍ਰਿਫਤਾਰੀਆਂ ਕੀਤੀਆਂ ਨੇ। ਸਾਲ 2020 ਦੇ ਵਿੱਚ ਵਿਨੀਪੈਗ ਅੰਦਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਟੋਰਾਂਟੋ ਦੇ ਵਿਅਕਤੀ ਦੀ ਮੌਤ ਹੋਈ ਸੀ। ਤਾਂ ਉਸ ਮਾਮਲੇ ਵਿੱਚ ਪੁਲਿਸ ਨੇ ਹੁਣ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਅਗਸਤ 26, 2020 ਨੂੰ ਪੁਲਿਸ ਅਧਿਕਾਰੀਆਂ ਨੂੰ 800 ਬਲਾਕ ਤੇ ਐਬਰਡੀਨ ਐਵੇਨਿਊ ਦੇ ਉੱਤੇ ਵਿਨੀਪੈਗ ਦੇ ਵਿੱਚ ਬੁਲਾਇਆ ਗਿਆ ਸੀ, ਜਿੱਥੇ ਕਿ ਗੋਲੀਆਂ ਚੱਲਣ ਦੇ ਬਾਰੇ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਜਦੋਂ ਉੱਥੇ ਪੁਲਿਸ ਅਧਿਕਾਰੀ ਪਹੁੰਚੇ ਸਨ ਤਾਂ 800 ਬਲਾਕ ਤੇ ਐਲਫਰੈਡ ਐਵੇਨਿਊ ਦੇ ਉੱਤੇ ਇੱਕ ਵਿਅਕਤੀ ਮੌਜੂਦ ਸੀ ਜਿਸ ਤੇ ਗੋਲੀ ਲੱਗੀ ਹੋਈ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ 2 ਦਿਨ ਬਾਅਦ ਉਸਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਸੀ। ਮ੍ਰਿਤਕ ਦੀ ਪਛਾਣ 21 ਸਾਲਾ ਮੁਹੰਮਦ ਯੂਨਿਸ ਅਲੀ ਦੇ ਵਜੋਂ ਹੋਈ, ਜੋ ਕਿ ਟੋਰਾਂਟੋ ਦਾ ਰਹਿਣ ਵਾਲਾ ਸੀ ਤੇ ਹੁਣ ਪਿਛਲੇ ਸਾਲ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਉਸ ਦੀ ਮੌਤ ਨੂੰ ਲੈ ਕੇ, ਜਿਸ ਤੋਂ ਬਾਅਦ ਹੁਣ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ। ਇੱਕ 24 ਸਾਲਾ ਆਰਟੂਰੋ ਐਂਡਰੇਸ ਕ੍ਰਾਸਕੋ, ਜੋ ਕਿ ਵਿਨੀਪੈਗ ਦਾ ਰਹਿਣ ਵਾਲਾ ਹੈ, ਜਿਸ ਨੂੰ 25 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲੱਗਿਆ ਤੇ ਦੂਜੇ ਵਿਅਕਤੀ ਦੀ ਪਛਾਣ 25 ਸਾਲਾ ਨੂਤਨ ਫੌਂਟੇਨ ਵਜੋਂ ਹੋਈ ਹੈ।
जो कि विक्टोरिया बीच तो रहने वाला है, जिसकी गिरफ्तारी सितंबर 2 2021 ਨੂੰ ਕੀਤੀ ਗਈ ਹੈ ਤੇ ਉਸ ਦੇ ਉੱਤੇ ਵੀ ਫਰਸਟ ਡਿਗਰੀ ਮਰਡਰ ਦਾ ਚਾਰਜ ਲੱਗਿਆ ਹੈ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਇਹ ਮਾਮਲੇ ਦਰਜ ਕੀਤੇ ਗਏ ਨੇ ਇਹ ਹਜੇ ਸਾਬਤ ਨਹੀਂ ਹੋਏ ਅਦਾਲਤ ਵਿੱਚ ਤੇ ਇਸ ਦੇ ਉੱਤੇ ਹੁਣ ਇਹ ਮਾਮਲੇ ਚੱਲਣਗੇ। ਜੇਕਰ ਇਸ ਦੇ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਜਾਵੇਗਾ। ਅੱਗੇ ਕਿ ਬ੍ਰਿਟਿਸ਼ ਕੋਲੰਬੀਆ ਤੋਂ ਵੀ ਤਾਜ਼ਾ ਪੀਐਨਪੀ ਦਾ ਇੱਕ ਡਰਾਅ ਨਿਕਲਿਆ, ਜਿਸ ਦੇ ਵਿੱਚ ਜੋ ਇਨਵੀਟੇਸ਼ਨ ਭੇਜੇ ਗਏ ਨੇ ਤੇ ਕਿਹੜਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਇਹ ਡਰਾਅ ਨਿਕਲਿਆ ਹੈ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਪੀਐਨਪੀ ਦਾ ਇੱਕ ਤਾਜ਼ਾ ਡਰਾਅ ਕੱਢਿਆ ਹੈ। 7 ਸਤੰਬਰ ਨੂੰ ਇਹ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ BC PNP ਟੈਕ ਪਾਇਲਟ ਪ੍ਰੋਗਰਾਮ ਦੇ ਅਧੀਨ ਇਹ ਇਨਵੀਟੇਸ਼ਨ ਗਏ ਨੇ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਤਹਿਤ 7 ਸਤੰਬਰ ਨੂੰ 34 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਇਸ ਪ੍ਰੋਗਰਾਮ ਦੇ ਤਹਿਤ, ਜਿਸ ਦੇ ਵਿੱਚ ਘੱਟੋ ਘੱਟ ਸਕੋਰ 80 ਤੱਕ ਗਿਆ ਹੈ। ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਕਨੀਕੀ ਸਿੱਖਿਆ ਤੇ ਤਕਨੀਕ ਦੇ ਵਿੱਚ ਕੰਮ ਕਰਨ ਦਾ ਅਨੁਭਵ ਜਿਨ੍ਹਾਂ ਦੇ ਕੋਲ ਹੈ, ਉਹਨਾਂ ਦੇ ਵੱਲੋਂ ਜਦੋਂ PNP ਦੇ ਵਾਸਤੇ ਅਪਲਾਈ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਅਧੀਨ ਤਾਂ ਉਹਨਾਂ ਨੂੰ ਇਨਵੀਟੇਸ਼ਨ ਜਾਂਦੇ ਨੇ। PNP ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 600 ਪੁਆਇੰਟ ਮਿਲ ਜਾਂਦੇ ਨੇ। ਉਹ ਫੈਡਰਲ ਦੇ ਵਿੱਚ PR ਦੇ ਵਾਸਤੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ PNP ਅਪਰੂਵ ਹੋ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਲੋਂ ਸਾਲ 2021 ਵਿੱਚ ਹੁਣ ਤੱਕ 8100 ਜਣਿਆਂ ਨੂੰ PNP ਤਹਿਤ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ। ਟੋਰਾਂਟੋ ਵਿੱਚ ਅੱਜ ਸਵੇਰੇ ਇੱਕ ਕੈਮੀਕਲ ਪਲਾਂਟ ਦੇ ਅੰਦਰ ਧਮਾਕਾ ਹੋ ਗਿਆ, ਜਿਸ ਦੇ ਕਰਕੇ ਇੱਕ ਮੌਤ ਵੀ ਹੋ ਗਈ ਹੈ। ਟੋਰਾਂਟੋ ਦੇ ਪੂਰਬੀ ਖੇਤਰ ਵਿੱਚ ਬੁੱਧਵਾਰ ਦੇ ਦਿਨ ਇੱਕ ਧਮਾਕਾ ਹੋਇਆ ਹੈ। ਕੈਮੀਕਲ ਪਲਾਂਟ ਦੇ ਵਿੱਚ ਇਹ ਧਮਾਕਾ ਹੋਇਆ, ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਵੇਰੇ 10 ਵਜੇ ਦੇ ਕਰੀਬ ਧਮਾਕੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਸਿਲਟੈਕ ਕੈਮੀਕਲ ਪਲਾਂਟ ਹੈ ਜੋ ਕਿ 225 ਵਿਕਸਟੀਡ ਐਵੇਨਿਊ ਦੇ ਨੇੜੇ ਮੌਜੂਦ ਹੈ, ਜੋ ਕਿ ਡੌਨ ਮਿਲਸ ਰੋਡ ਤੇ ਐਗਲਿੰਗਟਨ ਐਵੇਨਿਊ ਈਸਟ ਦੇ ਵੀ ਨੇੜੇ ਹੈ, ਈਸਟ ਯਾਰਕ ਦੇ ਵਿੱਚ, ਜਿੱਥੇ ਕਿ ਇਹ ਧਮਾਕਾ ਹੋਇਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਦੇ ਉੱਤੇ ਹੀ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਨਾਲ ਹੀ ਇੱਕ ਹੋਰ ਨੂੰ ਸਨੀਬਰੂਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟੋਰਾਂਟੋ ਫਾਇਰ ਚੀਫ ਜਿਮ ਜੈਸਪ ਦੇ ਵੱਲੋਂ ਪੂਰੀ ਜਾਣਕਾਰੀ ਇਸ ਦੇ ਬਾਰੇ ਸਾਂਝੀ ਕੀਤੀ ਜਾ ਰਹੀ ਹੈ। ਕੈਮੀਕਲ ਦੇ ਕਰਕੇ ਹੋਰ ਵੀ ਕਈ ਵਿਅਕਤੀ ਜ਼ਖਮੀ ਹੋਏ ਨੇ, ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਜਿਸ ਵਿਅਕਤੀ ਦੀ ਜਾਨ ਗਈ ਹੈ ਉਸ ਦੀ ਪਛਾਣ ਨੂੰ ਹਜੇ ਜਨਤਕ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੇ ਉੱਤੇ ਹੋਰ ਜਾਂਚ ਤੋਂ ਬਾਅਦ ਉਹਨਾਂ ਦੇ ਵੱਲੋਂ ਹੋਰ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਕਿਉਂਕਿ ਕੁਝ ਘੰਟੇ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ, ਜਿਸ ਕਰਕੇ ਹਜੇ ਜਾਂਚ ਸ਼ੁਰੂਆਤੀ ਦੌਰ ਦੇ ਵਿੱਚ ਹੈ। ਅੱਗੇ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇੱਕ ਬ੍ਰਾਂਡ ਦੇ ਪੈਕਡ ਸਲਾਦ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉਸ ਦੇ ਬਾਰੇ ਕੈਨੇਡਾ ਵਾਸੀਆਂ ਨੂੰ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਦੱਸਦੇ ਹਾਂ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਕੈਨੇਡਾ ਵਾਸੀਆਂ ਦੇ ਵਾਸਤੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਸਤੰਬਰ 7 ਦੇ ਦਿਨ ਇਸ ਦੇ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਇਹ ਚੇਤਾਵਨੀ ਅਗਸਤ 26 2021 ਤੋਂ ਲਾਗੂ ਹੈ, ਜਿਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਦੱਸਿਆ ਹੈ ਕਿ ਈਟ ਸਮਾਰਟ ਬ੍ਰਾਂਡ ਦੇ ਇਹ ਸਲਾਦ ਨੇ, ਜਿਸ ਦੀਆਂ 11 ਤੋਂ ਵੱਧ ਪੈਕਿੰਗਸ ਨੇ, ਜਿਨ੍ਹਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਜੋ ਇਹ ਪਹਿਲਾਂ ਤੋਂ ਕੱਟਿਆ ਹੋਇਆ ਸਲਾਦ ਪੈਕਿੰਗ ਦੇ ਵਿੱਚ ਈਟ ਸਮਾਰਟ ਬ੍ਰਾਂਡ ਦੇ ਵੱਲੋਂ ਵੇਚਿਆ ਜਾ ਰਿਹਾ ਹੈ, ਉਸ ਨੂੰ ਵਾਪਸ ਮੰਗਵਾਇਆ ਗਿਆ ਕਿਉਂਕਿ ਉਸ ਦੇ ਵਿੱਚ ਇੱਕ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ ਹੈ ਤੇ ਇਸ ਨੂੰ ਖਾਣ ਦੇ ਨਾਲ ਬਿਮਾਰ ਹੋ ਸਕਦੇ ਹੋ। ਜਿਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਵੀ ਦੱਸਿਆ ਗਿਆ ਕਿ ਜੇਕਰ ਪਹਿਲਾਂ ਹੀ ਕਿਸੇ ਨੇ ਇਸ ਨੂੰ ਖਾ ਲਿਆ ਤਾਂ ਉਸ ਤੋਂ ਬਾਅਦ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਆਪਣੇ ਡਾਕਟਰ ਦੇ ਨਾਲ ਸੰਪਰਕ ਕਰੋ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇੱਕ ਟੈਸਟ ਕੀਤਾ ਸੀ, ਜਿਸ ਦੇ ਵਿੱਚ ਪਾਇਆ ਗਿਆ ਕਿ ਇਸ ਸਲਾਦ ਦੇ ਵਿੱਚ ਬੈਕਟੀਰੀਆ ਸੀ, ਪਰ ਹਜੇ ਤੱਕ ਉਹਨਾਂ ਦੇ ਕੋਲ ਕੋਈ ਅਜਿਹੀ ਰਿਪੋਰਟ ਨਹੀਂ ਪਹੁੰਚੀ ਕਿ ਇਸ ਨੂੰ ਖਾਣ ਦੇ ਨਾਲ ਕੋਈ ਬਿਮਾਰ ਹੋਇਆ ਹੋਵੇ, ਪਰ ਇਸ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ ਗਿਆ ਹੈ। ਜੇਕਰ ਤੁਹਾਡੇ ਕੋਲੇ ਮੌਜੂਦ ਹੈ ਜਾਂ ਤੁਸੀਂ ਇਹਨੂੰ ਸੁੱਟ ਸਕਦੇ ਹੋ ਜਾਂ ਫਿਰ ਜਿੱਥੋਂ ਖਰੀਦਿਆ ਸੀ ਉੱਥੇ ਵਾਪਸ ਕਰਕੇ ਆ ਸਕਦੇ ਹੋ। ਹੁਣ ਤੁਹਾਨੂੰ ਜਾਣਕਾਰੀ ਦੱਸਾਂਗੇ ਕਿ ਜੋ ਬਾਰ-ਬਾਰ ਸਵਾਲ ਪੁੱਛੇ ਜਾ ਰਹੇ ਨੇ, ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਇਸ ਸਮੇਂ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ। ਸਤੰਬਰ ਮਹੀਨੇ ਤੋਂ ਜਿਵੇਂ ਹੀ ਪ੍ਰਵਾਸੀਆਂ ਦਾ ਆਉਣਾ ਵੀ ਕੈਨੇਡਾ ਦੇ ਵਿੱਚ ਵੱਧ ਗਿਆ ਹੈ ਕਿ ਜਿਹੜੇ ਵਿਜ਼ਿਟਰ ਨੇ ਉਹ ਵੀ ਹੁਣ ਆ ਸਕਦੇ ਨੇ, ਤਾਂ ਨਾਲ ਹੀ ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਤੇਜ਼ ਹੋਣ ਦੇ ਸਬੂਤ ਇੱਥੋਂ ਦਿਖਾਈ ਦਿੰਦੇ ਨੇ ਕਿ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਅੰਕੜੇ ਵੀ ਸਾਹਮਣੇ ਆ ਰਹੇ ਨੇ ਕਿ PR ਕੀਤੇ ਜਾਣ ਤੇ ਨਾਲ ਹੀ ਪ੍ਰਕਿਰਿਆ ਨੂੰ ਅੱਗੇ ਚਲਾਉਣ ਦੇ ਵਾਸਤੇ ਉਸ ਪ੍ਰਕਿਰਿਆ ਦੇ ਵਿੱਚ ਤੇਜ਼ੀ ਆਈ ਹੈ। ਤੇ ਜੋ ਬਾਰ-ਬਾਰ ਸਵਾਲ ਸਪਾਊਸਲ ਓਪਨ ਵਰਕ ਪਰਮਿਟ ਦੇ ਬਾਰੇ ਪੁੱਛੇ ਜਾ ਰਹੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਕੈਨੇਡਾ ਦੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਜੀਵਨ ਸਾਥੀ ਜਾਂ ਤਾਂ ਵਰਕ ਪਰਮਿਟ ਦੇ ਉੱਤੇ ਜਾਂ ਫਿਰ
ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਵਿੱਚ ਮੌਜੂਦ ਨੇ। ਉਹਨਾਂ ਦੀ ਪ੍ਰਕਿਰਿਆ ਵੀ ਇਸ ਸਮੇਂ ਤੇਜ਼ ਹੋਈ ਹੈ, ਜਿਸ ਦੇ ਬਾਰੇ ਉਦਾਹਰਨਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਸਮੇਂ ਅੰਕੜੇ ਵੀ ਜੋ ਸਾਹਮਣੇ ਆ ਰਹੇ ਨੇ ਉਹਨਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਦੇ ਵਿੱਚ ਪਹਿਲਾਂ ਦੇ ਨਾਲੋਂ ਤੇਜ਼ੀ ਆਈ ਹੈ, ਜਿਸ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਬਾਇਓਮੈਟ੍ਰਿਕ ਦੇ ਵਾਸਤੇ ਲੈਟਰ ਆ ਰਹੇ ਨੇ। ਇਸ ਦੇ ਨਾਲ ਹੀ ਜਿਨ੍ਹਾਂ ਦੇ ਬਾਇਓਮੈਟ੍ਰਿਕ ਹੋ ਗਏ ਸਨ ਉਹਨਾਂ ਨੂੰ ਪਾਸਪੋਰਟ ਦੇ ਵਾਸਤੇ ਵੀ ਰਿਕੁਐਸਟ ਆ ਰਹੀ ਹੈ, ਜਿਸ ਦੇ ਵਿੱਚ ਪ੍ਰਕਿਰਿਆ 'ਚ ਤੇਜ਼ੀ ਦਿਖਾਈ ਦੇਣ ਲੱਗੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਹਜੇ ਵੀ ਲੰਮੀ ਉਡੀਕ ਕਰਨੀ ਪੈ ਰਹੀ ਹੈ ਉਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਫਿਲਹਾਲ ਇਹੋ ਕਿਹਾ ਜਾ ਰਿਹਾ ਹੈ ਕਿ ਹੋਰ ਜ਼ਿਆਦਾ ਸਬਰ ਕੀਤਾ ਜਾਵੇ, ਜੋ ਕਿ ਹਰ ਵਾਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।